परम कृपालु मेहरमद साईं हाजरा हजूर ज़ाहरा ज़हूर ਕਿਰਪਾ ਨਿਦਾਨ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੁਰਚਰਨਾਂ ਨਾਲ ਜੁੜ ਬੈਠ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਚੱਲ ਰਹੇ ਇਹਨਾਂ ਸਵਾਸਾਂ ਨੂੰ ਗੁਰੂ ਬਚਨ ਆਪਣੀ ਝੋਲੀ ਵਿੱਚ ਪਾ ਕੇ ਸਫਲਾ ਕਰਨ ਦਾ ਯਤਨ ਕਰ ਰਿਹਾ ਗੁਰੂ ਪਿਆਰਿਓ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟਾਨ ਕੋਟਾਨ ਧੰਨਵਾਦ। ਸਾਹਿਬ ਜੀ ਬਹੁਤ ਕਿਰਪਾਲੂ, ਬਹੁਤ ਦਿਆਲੂ। ਚੱਲ ਰਹੀ ਇਸ 52 ਅੱਖਰੀ ਨਾਮੀ ਬਾਣੀ ਦੀ ਵਿਚਾਰ ਰਾਹੀਂ ਸਾਡੀਆਂ ਝੋਲੀਆਂ ਵਿੱਚ ਅੰਮ੍ਰਿਤ ਬਚਨਾਂ ਦੀ ਦਾਤ ਪਾ ਕੇ ਇਹਨਾਂ ਬਚਨਾਂ ਦੀ ਵਿਚਾਰ ਕਰਨ ਦਾ, ਵਿਚਾਰ ਸੁਣਨ ਦਾ ਸੁਭਾਗ ਪ੍ਰਦਾਨ ਕਰਕੇ ਸਤਿਗੁਰੂ ਜੀ ਸਾਡੇ ਜੀਵਨ ਦਾ ਮਾਰਗ ਦਰਸ਼ਨ ਕਰ ਰਹੇ ਹਨ। ਉਹ ਜੀਵਨ ਜਿਸ ਵਿੱਚ ਪ੍ਰਭੂ ਦੇ ਨਾਮ ਦਾ ਅੰਮ੍ਰਿਤ ਰਸ ਹੋਵੇ, ਉਹ ਜੀਵਨ ਜਿਸ ਵਿੱਚ ਗੁਰੂ 'ਤੇ ਭਰੋਸਾ ਹੋਵੇ, ਪਰਮਾਤਮਾ ਦੇ ਭਾਣੇ ਵਿੱਚ ਰਹਿਣ ਦੀ ਬੁੱਧੀ ਹੋਵੇ, ਉਹ ਮਾਰਗ ਜੋ ਨਾਮ ਜਪਦਾ ਮਨੁੱਖ ਨਾਮ ਹੀ ਬਣ ਜਾਏ, ਈਸ਼ਵਰ ਨੂੰ ਜਪਦਾ ਮਨੁੱਖ ਈਸ਼ਵਰ ਹੀ ਬਣ ਜਾਏ, ਉਸ ਦੀ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ। ਅਤੇ ਇਸੇ ਰਹਿਮਤਾਂ ਦੀ ਲੜੀ ਵਿੱਚ ਅੱਜ ਜੋ ਅੰਮ੍ਰਿਤ ਬਚਨ ਬਖਸ਼ੇ ਹਨ, ਸਾਹਿਬ ਕਹਿੰਦੇ ਸ਼ਲੋਕ ਬਖਸ਼ਿਸ਼ ਆਏ, ਬਖਸ਼ਿਸ਼ ਸਾਹਿਬ ਜੀ ਦੀ ਬਖਸ਼ਿਸ਼ ਹੈ। ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪ੍ਰਪੰਚ ਮੋਹ ਵਿਕਾਰ। ਸਾਹਿਬ ਜੀ ਕਹਿ ਬਖਸ਼ਿਸ਼ ਕਰਦੇ ਕਿ ਜਿਸ ਮਨੁੱਖ ਦੀ ਇੱਜ਼ਤ ਗੁਰੂ ਪਾਰ ਬ੍ਰਹਮ ਨੇ ਰੱਖ ਲਈ, ਗੁਰੂ ਕਿਰਪਾ ਹੋ ਗਏ, ਜਿਸ ਨੇ ਇੱਜ਼ਤ ਰੱਖ ਲਈ, ਉਸ ਨੇ ਠੱਗੀ, ਮੋਹ, ਵਿਕਾਰ ਆਦਿਕ ਤਿਆਗ ਜਿਹੜੇ ਸਨ ਸਾਰੇ ਤਿਆਗ ਦਿੱਤੇ। ਮਨੁੱਖ ਦੇ ਹਿਰਦੇ ਵਿੱਚ ਪਦਾਰਥਾਂ ਦੀ ਦੌੜ ਉਦੋਂ ਤੱਕ ਰਹਿੰਦੀ ਹੈ ਜਦੋਂ ਉਸ ਦਾ ਪਿਆਰ ਗੁਰੂ ਨਾਲ ਨਹੀਂ ਪੈਂਦਾ, ਅਤੇ ਜਦੋਂ ਗੁਰੂ ਦੇ ਨਾਲ ਪਿਆਰ ਰਹਿ ਜਾਂਦਾ ਏ, ਗੁਰੂ ਦੇ ਨਾਲ ਉਸ ਦਾ ਪਿਆਰ ਬਣਦਾ ਏ, ਉਦੋਂ ਫਿਰ ਉਸ ਨੂੰ ਗੁਰੂ ਦਾ ਹੁਕਮ ਪਿਆਰਾ ਲੱਗਦਾ ਏ। ਗੁਰੂ ਦਾ ਜੋ ਅੰਮ੍ਰਿਤ ਨਾਮ ਹੈ ਉਹ ਪਿਆਰਾ ਲੱਗਦਾ ਹੈ, ਗੁਰੂ ਦੀ ਬਖਸ਼ਿਸ਼ ਪਿਆਰੀ ਲੱਗਦੀ ਹੈ। ਅਤੇ ਜਿਨ੍ਹਾਂ ਨੂੰ ਗੁਰੂ ਦੀ ਬਖਸ਼ਿਸ਼ ਪਿਆਰੀ ਲੱਗਦੀ ਹੈ, ਜਿਨ੍ਹਾਂ ਨੂੰ ਪਰਮਾਤਮਾ ਦੀ ਰਜ਼ਾ ਪਿਆਰੀ ਲੱਗਦੀ ਹੈ, ਜਿਨ੍ਹਾਂ ਨੂੰ ਗੁਰੂ ਬਚਨ ਪਿਆਰਾ ਲੱਗਦਾ ਹੈ, ਸਾਹਿਬ ਜੀ ਕਹਿੰਦੇ ਕਿ ਉਸ ਮਨੁੱਖ ਦੀ ਜਿਸ ਉਸ ਦੀ ਪੱਥ ਪਰਮਾਤਮਾ ਜੀ ਆਪ ਰੱਖਦੇ ਹਨ। ਅਤੇ ਜਿਸ ਮਨੁੱਖ ਦੀ ਇੱਜ਼ਤ ਗੁਰੂ ਪਾਰ ਬ੍ਰਹਮ ਨੇ ਰੱਖ ਲਈ, ਉਸ ਨੇ ਠੱਗੀ, ਮੋਹ, ਵਿਕਾਰ ਆਦਿਕ ਜਿਤਨੇ ਅਵਗੁਣ ਹਨ, ਜਿਤਨੇ ਨਾਮ ਮਾਰਗ ਦੇ ਵਿੱਚ ਰੁਕਾਵਟਾਂ ਹਨ, ਜਿਤਨੇ ਮਨੁੱਖ ਨੂੰ ਭਟਕਣਾ ਲਈ ਪ੍ਰੇਰਿਤ ਕਰਨ ਵਾਲੇ ਸਾਧਨ ਹਨ, ਇਹਨਾਂ ਸਾਰਿਆਂ ਦਾ ਤਿਆਗ ਕਰ ਦਿੱਤਾ, ਭਾਵ ਕਿ ਛੱਡ ਦਿੱਤੇ। ਹੁਣ ਹਿਰਦੇ ਵਿੱਚ ਕਿਸੇ ਨਾਲ ਧੋਖਾ ਕਰਨ ਦਾ ਨਹੀਂ, ਕਿਸੇ ਦੇ ਕੰਮ ਆਉਣ ਦਾ ਏ। ਹੁਣ ਇਹ ਕਿਸੇ 'ਤੇ ਮੰਦੀ ਤਨ 'ਤੇ ਮਨ ਧਨ 'ਤੇ ਕੋਈ ਮੰਦੀ ਨਜ਼ਰ ਨਹੀਂ ਰੱਖਦਾ। ਹੁਣ ਇਹ ਸਾਰੇ ਇੱਕੋ ਜਿਹੇ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ ਵਾਲੀ ਅਵਸਥਾ ਬਣ ਜਾਂਦੀ ਹੈ। ਵਿਕਾਰ ਖਤਮ ਹੋ ਜਾਂਦੇ ਨੇ, ਵਿਕਾਰ ਮੁੱਕ ਜਾਂਦੇ ਨੇ, ਅਤੇ ਹਿਰਦੇ ਵਿੱਚ ਸਤ ਸੰਤੋਖ ਆਦਿਕ ਜੋ ਸਦਗੁਣ ਹਨ ਉਹਨਾਂ ਦੀ ਬਹੁਤਾਤ ਹੋ ਜਾਂਦੀ ਹੈ, ਕਿਉਂਕਿ ਪਰਮਾਤਮਾ ਜੀ ਨੇ ਉਹਨਾਂ ਦੀ ਇੱਜ਼ਤ ਆਪ ਰੱਖ ਲਈ। ਪਰਮਾਤਮਾ ਜੀ ਨੇ ਉਹਨਾਂ 'ਤੇ ਕਿਰਪਾ ਕਰਕੇ ਵਿਕਾਰਾਂ ਤੋਂ ਖਲਾਸੀ ਆਪ ਕਰਵਾ ਦਿੱਤੀ। ਤੋ ਸਾਹਿਬ ਜੀ ਕਹਿੰਦੇ ਨਾਨਕ ਸੋ ਅਰਾਧੀ ਹੈ ਅੰਤ ਨਾ ਪਾਰਾਵਾਰ। ਹੇ ਨਾਨਕ, ਇਸ ਵਾਸਤੇ ਉਸ ਪਾਰ ਬ੍ਰਹਮ ਨੂੰ ਸਦਾ ਹੀ ਅਰਾਧਨਾ ਚਾਹੀਦਾ ਹੈ, ਜਪਣਾ ਚਾਹੀਦਾ ਹੈ। ਇਸ ਅਵਸਥਾ ਵਿੱਚ ਊਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ। ਇਸ ਅਵਸਥਾ ਵਿੱਚ
ਗੁਰੂ ਹੁਕਮ ਹੈ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਇਹ ਅਵਸਥਾ ਬਣੀ ਰਹੇ, ਨਾ ਖਾਂਦਿਆਂ ਭੁੱਲੇ, ਨਾ ਪਹਿਨਦਿਆਂ ਭੁੱਲੇ, ਨਾ ਜੀਵਦਿਆਂ ਜਾਗਦਿਆਂ ਭੁੱਲੇ, ਨਾ ਸੁੱਤਿਆਂ ਭੁੱਲੇ, ਨਾ ਕਿਰਤ ਕਰਦਿਆਂ ਭੁੱਲੇ, ਅਤੇ ਨਾ ਦੁਨੀਆ ਦੇ ਸੰਸਾਰ ਨੂੰ ਵਿੱਚ ਵਿਚਰਦਿਆਂ ਭੁੱਲੇ। ਸਦਾ ਹੀ ਪਰਮਾਤਮਾ ਚੇਤੇ ਦੇ ਵਿੱਚ ਵਸਿਆ ਰਹੇ, ਸਦਾ ਹੀ ਪਰਮਾਤਮਾ ਦੀ ਰਜ਼ਾ ਦੇ ਅੰਦਰ ਟਿਕਣ ਦਾ ਇੱਕ ਰਸ ਸਵਾਦ ਅਨੁਭਵ ਹੋਵੇ। ਤਾਂ ਸਾਹਿਬ ਜੀ ਕਹਿੰਦੇ ਇਸ ਵਾਸਤੇ ਜਿਨ੍ਹਾਂ ਦੀ ਪਤ ਪਰਮਾਤਮਾ ਪਾਰ ਬ੍ਰਹਮ ਜੀ ਨੇ ਰੱਖ ਲਈ, ਜਿਨ੍ਹਾਂ 'ਤੇ ਬਖਸ਼ਿਸ਼ ਕਰਕੇ ਗੁਰੂ ਨੇ ਮਾਰਗ ਦਾ ਦਰਸ਼ਨ ਕਰ ਦਿੱਤਾ, ਉਹਨਾਂ ਲਈ ਕਹਿੰਦੇ ਕਿ ਇਹ ਨਾਨਕ ਉਸ ਪਾਰ ਬ੍ਰਹਮ ਨੂੰ ਸਦਾ ਹੀ ਆਰਾਧਨਾ ਚਾਹੀਦਾ ਹੈ, ਜਿਸ ਪਾਰ ਬ੍ਰਹਮ ਜੀ ਨੇ ਸਾਡੇ 'ਤੇ ਪ੍ਰਮਾਤਮਾ ਜੀ ਨੇ ਇਤਨੀ ਕਿਰਪਾ ਕੀਤੀ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨ ਦੇਣ ਨਾ ਅੰਤ, ਅੰਤ ਨ ਵੇਖਣ ਸੁਣਨ ਨਾ ਅੰਤ। ਸਭ ਕਹਿੰਦੇ ਅੰਤ ਨ ਜਾਪੈ ਕਿਆ ਮਨ ਮੰਤ। ਉਸ ਪ੍ਰਭੂ ਦੇ ਮਨ ਵਿੱਚ ਕੀ ਹੈ? ਉਸ ਦੀ ਬਖਸ਼ਿਸ਼ ਦੀ ਕਿਸੇ ਨੇ ਹੱਥ ਥਾ ਨਹੀਂ ਪਾਈ, ਕਿਉਂਕਿ ਉਸ ਦਾ ਸਤਿਗੁਰੂ ਜੀ ਦਾ ਆਪਣਾ ਹੈ ਪਰਮਾਤਮਾ ਜੀ ਦਾ। ਬੀਓ ਪੂਛ ਨ ਮਸਲਤ ਹੈ, ਜੋ ਕਿਛ ਕਰੇ ਸੋ ਆਪੇ ਕਰੇ। ਬੀਓ ਦਾ ਅਰਥ ਹੈ ਜੀ ਦੂਸਰਾ। ਕਿਸੇ ਨੂੰ ਦੂਸਰੇ ਨਾਲ ਸਲਾਹ ਮਸ਼ਵਰਾ ਨਹੀਂ ਕਰਦੇ, ਇਸ ਮਨੁੱਖ ਨੂੰ ਦਾਤ ਦੇ ਦਈਏ, ਇਹ ਵੀ ਨਹੀਂ ਪੁੱਛਦੇ ਇਸ ਨੂੰ ਕੀ ਸਜ਼ਾ ਦੇਣੀ ਹੈ, ਨਹੀਂ ਪੁੱਛਦੇ। ਕਿਉਂ ਨਹੀਂ ਪੁੱਛਦੇ? ਕਿ ਪ੍ਰਭੂ ਦੇ ਨਾਲ ਦਾ ਕੋਈ ਉਤਨੀ ਹਸਤੀ ਦਾ ਕੋਈ ਦੂਸਰਾ ਹੈ ਹੀ ਨਹੀਂ। ਪ੍ਰਭੂ ਦਾ ਗੁਣ ਹੈ ਜੀ, ਸਭ ਤੋਂ ਵੱਡਾ ਗੁਣ ਹੈ। ਗੁਣ ਇਹੋ, ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਨਾ ਕੋਈ ਅੱਜ ਤੱਕ ਪਰਮਾਤਮਾ ਦੇ ਬਰਾਬਰ ਦਾ ਹੋਇਆ ਹੈ, ਨਾ ਹੀ ਅੱਗੇ ਵਾਸਤੇ ਹੋਏਗਾ, ਕਿਉਂ ਕੇਵਲ ਉਹ ਇੱਕ ਸਤਨਾਮ, ਉਹ ਸਤ ਪ੍ਰਕਾਸ਼ ਹੈ, ਉਹ ਅਕਾਲ ਮੂਰਤ ਅਜੂਨੀ ਸਹਿਬੰਗ ਹੈ। ਉਹ ਕਿਸੇ ਦਾ ਮੁਤਾਜੀ ਨਹੀਂ ਹੈ, ਬੇਮੁਤਾਜ ਪਾਤਸ਼ਾਹ ਹੈ। ਸਿਰ ਕਹਿੰਦੇ ਕਿ ਉਸ ਕਰਕੇ ਉਸ ਦੀ ਹਸਤੀ ਦਾ ਨਾ ਆਰਲਾ ਬੰਨਾ ਪਾਇਆ ਜਾ ਸਕਦਾ ਏ, ਨਾ ਪਾਰਲਾ ਬੰਨਾ ਹੀ ਲੱਭਿਆ ਜਾ ਸਕਦਾ ਏ। ਮਨੁੱਖ ਨੇ ਜਿਤਨਾ ਬਣਾਇਆ ਜਾਂ ਪ੍ਰਮਾਤਮਾ ਨੇ ਬਣਾਇਆ, ਉਸ ਦਾ ਅਗਲਾ ਆਰੰਭ ਤੇ ਕਿਤੇ ਨਾ ਕਿਤੇ ਅਗਲਾ ਬੰਨਾ ਹੋਏਗਾ। ਦਰਿਆ ਲੋਕਾਂ ਨੇ ਸਮੁੰਦਰ ਮਾਪ ਲਿਆ, ਗਹਿਰਾਈਆਂ ਮਾਪ ਲਈਆਂ, ਧਰਤੀ ਦਾ ਖੇਤਰਫਲ ਮਾਪ ਲਿਆ, ਧਰਤੀ ਤੋਂ ਆਕਾਸ਼ ਦੀ ਦੂਰੀ ਮਾਪ ਲਈ, ਪਰ ਕੋਈ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਨਹੀਂ ਮਾਪ ਸਕਦਾ। ਕੋਈ ਮਨੁੱਖ ਉਸ ਦੀ ਹੋਂਦ ਨੂੰ ਨਹੀਂ ਮਨਾ ਸਕਦਾ। ਕਿਤਨੀ ਹੋਂਦ ਕਿਤੇ ਜੀਵ ਜੰਤੂਆਂ ਦੀ ਬਣਤਰ ਵੱਲ ਵੇਖ ਲਓ, ਇਤਨੀ ਕਿਸਮ ਦੇ ਮਨੁੱਖ ਭੁੱਲ ਰਹਿੰਦਾ ਹੈ, ਪਰ ਉਸ ਦੀ ਬਖਸ਼ਿਸ਼ ਦਾ ਅੰਤ ਨਹੀਂ ਪਾਇਆ ਜਾ ਸਕਦਾ ਹੈ। ਸਭ ਇਹੀ ਕਹਿੰਦੇ ਨੇ ਕਿ ਉਹ ਪਰਮਾਤਮਾ ਜੀ ਨਾ ਅੰਤ ਨਾ ਪਾਰਾਵਾਰ ਹੈ। ਉਸ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ। ਨਾਨਕ ਸੋ ਰਾਧੀ ਹੈ, ਅੰਤ ਨਾ ਪਾਰਾਵਾਰ ਹੈ। ਕਿ ਪਰਮਾਤਮਾ ਜਿਸ ਦੀ ਹਸਤੀ ਦਾ ਉਰਲਾ ਅਤੇ ਪਾਰਲਾ ਬੰਨਾ ਨਹੀਂ ਲੱਭਿਆ ਜਾ ਸਕਦਾ, ਕੋਈ ਅੰਦਾਜ਼ਾ ਲਾ ਕੇ ਦੱਸ ਨਹੀਂ ਸਕਦਾ ਕਿ ਪਰਮਾਤਮਾ ਜੀ ਇਤਨਾ ਵੱਡਾ ਹੈ, ਇਤਨਾ ਹੈ। ਉਹ ਬੇਅੰਤ ਹੈ, ਅਪਾਰ ਹੈ, ਅਗਾਹ ਹੈ, ਬੇਅੰਤ ਹੈ। ਸਾਹਿਬ ਜੀ ਪੌੜੀ ਬਖਸ਼ੀਏ। ਪੱਪਾ ਪਰਮਿਤ ਪਾਰ ਨਾ ਪਾਇਆ। ਪਰਮਿਤ ਦਾ ਅਰਥ ਹੈ ਜੀ ਮਿੱਤ ਤੋਂ ਅੱਗੇ, ਇੱਕ ਹੱਦ ਤੋਂ ਅੱਗੇ, ਇੱਕ ਸ਼ਾਇਰ ਤੋਂ ਅੱਗੇ, ਅੰਦਾਜ਼ੇ ਦੀ ਹਸਤੀ ਤੋਂ ਅੱਗੇ। ਜਿਸ ਦੀ ਹਸਤੀ ਦਾ ਸਹੀ ਅੰਦਾਜ਼ਾ ਨਾ ਲਾਇਆ ਜਾ ਸਕੇ, ਉਸ ਨੂੰ ਪਰਮਿਤ ਕਹਿੰਦੇ ਨੇ। ਸਭ ਕਹਿੰਦੇ ਕਿ ਹਰੀ ਪ੍ਰਭੂ ਦੀ ਹਸਤੀ ਦਾ, ਉਸ ਵਾਹਿਗੁਰੂ ਜੀ ਦਾ, ਉਸ ਦੀ ਹਸਤੀ ਦਾ ਅੰਦਾਜ਼ਾ ਨਹੀਂ ਲੱਗ ਸਕਦਾ। ਕੋਈ ਕਹਿ ਨਹੀਂ ਸਕਦਾ ਪਰਮਾਤਮਾ ਜੀ ਦੀ ਇਹ ਹੱਦ ਹੈ, ਇੱਥੋਂ ਤੱਕ ਹੈ, ਬੇਅੰਤ ਹੈ, ਅੰਤ ਨਹੀਂ ਪੈ ਸਕਦਾ। ਵਿਸ਼ਵ ਦਾ ਸਭ ਅੰਤ ਵਿੱਚ ਹੈ, ਪਰ ਪਰਮਾਤਮਾ ਜੀ ਬੇਅੰਤ ਹੈ। ਪਰਮਾਤਮਾ ਜੀ ਦਾ ਹੁਕਮ ਬੇਅੰਤ ਹੈ, ਉਸ ਦੀਆਂ ਬਖਸ਼ਿਸ਼ਾਂ ਬੇਅੰਤ ਹਨ, ਉਸ ਦਾ ਜੋ ਕਰਦਾ ਹੈ ਹੁਕਮ ਸਭ ਬੇਅੰਤ ਹੈ।
ਸਾਹਿਬ ਜੀ ਕਹਿੰਦੇ ਪਤਤ ਪਾਵਨ ਅਗੰਮ ਹਰ ਰਾਇਆ। ਉਹ ਪਰਮਾਤਮਾ ਜੀ ਅਪਹੁੰਚ ਹੈ, ਅਗੰਮ ਗਮਤਾ, ਜੋ ਮਨੁੱਖ ਦੇ ਗਿਆਨ ਇੰਦਰੀਆਂ ਦੀ ਪਕੜ ਵਿੱਚ ਨਾ ਆ ਸਕੇ, ਉਸ ਦੀ ਗਿਆਨ ਸੀਮਾ ਦੇ ਵਿੱਚ ਨਾ ਆ ਸਕੇ। ਪਰਮਾਤਮਾ ਬੇਅੰਤ, ਜਿੱਥੇ ਪਹੁੰਚਿਆ ਨਾ ਜਾ ਸਕਦਾ ਕਿਸੇ ਤਰੀਕੇ ਨਾਲ, ਨਾ ਉਸ ਦੇ ਗਿਆਨ ਇੰਦਰੀ, ਨਾ ਉਸ ਦੀ ਵਿਦਿਆ, ਨਾ ਯੋਗਤਾ, ਨਾ ਸਰੀਰ, ਕਿਤੇ ਨਹੀਂ ਪਹੁੰਚਦਾ। ਸਭ ਕਹਿੰਦੇ ਉਸ ਪਰਮਾਤਮਾ ਜੀ ਉਹ ਹੈ, ਅਪਹੁੰਚ ਹੈ, ਵਿਕਾਰਾਂ ਵਿੱਚ ਡਿੱਗਿਆਂ ਬੰਦਿਆਂ ਨੂੰ ਪਵਿੱਤਰ ਕਰਨ ਵਾਲਾ ਹੈ। ਪਰਮਾਤਮਾ ਮਹਾਰਾਜ ਜੀ ਔਗਣ ਨਹੀਂ ਵੇਖਦੇ, ਮਨੁੱਖ ਔਗਣ 'ਚ ਧਾਰਦਾ ਹੈ। ਬੇਪਰਵਾਹ ਬਖਸ਼ਿਸ਼ਾਂ ਕਰੀ ਜਾਂਦੇ ਨੇ, ਬਖਸ਼ਿਸ਼ ਕਰਾਂ ਚਾਹੁੰਦੇ ਨੇ, ਬਖਸ਼ਿਸ਼ ਕੇਵਲ ਮਨੁੱਖ ਲਈ ਹੈ ਕਿ ਪਰਮਾਤਮਾ ਦੀ ਰਜ਼ਾ ਵਿੱਚ ਟਿਕੇ, ਉਸ ਦੇ ਹੁਕਮ ਅੰਦਰ ਟਿਕੇ, ਉਸ ਦੇ ਭਾਣੇ ਨੂੰ ਸੱਤ ਕਰਕੇ ਵਿੱਚ ਜਾਣੇ। ਤੇ ਸਭ ਕਹਿੰਦੇ ਜੇ ਕੋਈ ਨਹੀਂ ਵੀ ਮੰਨਦਾ, ਕੋਈ ਕ੍ਰੋਧੀ ਹੈ, ਹੰਕਾਰੀ ਹੈ, ਲਾਲਚੀ ਹੈ, ਤ੍ਰਿਸ਼ਨਾਲੂ ਹੈ, ਠੱਗ ਹੈ, ਕੋਈ ਘਟੀਆ ਤੋਂ ਘਟੀਆ ਮੰਦਬੁੱਧੀ ਵਾਲਾ ਹੈ, ਪਰਮਾਤਮਾ ਜੀ ਉਸ ਨੂੰ ਵੀ ਪਵਿੱਤਰ ਕਰਨ ਦੀ ਸਤਿਗੁਰੂ ਜੀ ਰਜ਼ਾ ਰੱਖਦੇ ਨੇ। ਪਰਮਾਤਮਾ ਬਖਸ਼ਿਸ਼ ਕਰ ਦਿੰਦੇ ਨੇ। ਹੋਤ ਪੁਨੀਤ ਕੋਟ ਅਪਰਾਧੂ। ਅਪਰਾਧੂ ਦਾ ਅਰਥ ਹੈ ਜੀ ਅਪਰਾਧੀ ਲੋਕ। ਕਰੋੜਾਂ ਹੀ ਉਹ ਅਪਰਾਧੀ ਪਵਿੱਤਰ ਹੋ ਜਾਂਦੇ ਹਨ, ਕਰੋੜਾਂ ਦੀ ਗਿਣਤੀ ਵਿੱਚ। ਸਭ ਜੀ ਕਹਿੰਦੀ ਬਖਸ਼ਿਸ਼ ਹੋ, ਜਿਸ 'ਤੇ ਬਖਸ਼ਿਸ਼ ਹੋ ਜਾਵੇ। ਸਾਰੀ ਗੱਲ ਹੈ ਜੀ ਇਹ ਹੈ, ਸ਼ਲੋਕ ਦੇ ਵਿੱਚ ਹੈ, ਤਜ ਪ੍ਰਪੰਚ ਮੋਹ ਵਿਕਾਰ ਹੈ, ਨਾਨਕ ਸੋ ਰਾਧੀ ਹੈ, ਅੰਤ ਨਾ ਪਾਰਾਵਾਰ ਹੈ। ਉਸ ਦਾ ਪਰਮਤ ਨਹੀਂ, ਪਾਰਲਾ ਬੰਨਾ ਨਹੀਂ, ਬਖਸ਼ਿਸ਼ ਬੇਅੰਤ ਹੈ। ਤੋ ਸਭ ਜੀ ਕਹਿੰਦੇ ਹੋਤ ਪੁਨੀਤ ਕੋਟ ਅਪਰਾਧੂ। ਕਰੋੜਾਂ ਹੀ ਉਹ ਅਪਰਾਧੀ ਪਵਿੱਤਰ ਹੋ ਜਾਂਦੇ ਹਨ, ਕਿਹੜੇ ਜੀ? ਜਾਂ ਕਿ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਹਨ। ਸਭ ਜੀ ਫਿਰ ਬਖਸ਼ਿਸ਼ ਕੀ ਹੁੰਦੀ ਹੈ ਅੰਮ੍ਰਿਤ ਬਾਣੀ ਦੀ? ਸਭ ਕਹਿੰਦੇ ਅੰਮ੍ਰਿਤ ਨਾਮ ਜਪੈ ਮਿਲ ਸਾਧੂ। ਸਾਧੂ ਦਾ ਅਰਥ ਹੈ ਗੁਰੂ। ਜਿਹੜੇ ਗੁਰੂ ਨੂੰ ਮਿਲ ਕੇ ਪ੍ਰਭੂ ਜੀ ਦਾ ਨਾਮ, ਜੋ ਆਤਮਿਕ ਜੀਵਨ ਬਖਸ਼ ਦੇਣ ਵਾਲਾ ਹੈ, ਨਾਮ ਜਪਦੇ ਹਨ, ਜਿਹੜੇ ਉਹ ਸਾਧੂ ਉਹਦੇ ਗੁਰੂ ਦੇ ਨਾਲ ਮਿਲਦੇ, ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਉਹਨਾਂ ਜੀਵਨ 'ਚ ਪਵਿੱਤਰਤਾ ਆਉਂਦੀ ਹੈ। ਉਹਨਾਂ ਦੇ ਘਟੀਆ ਕਰਮ ਕੱਲ੍ਹ ਸੀ, ਕੱਲ੍ਹ ਤੱਕ ਸੱਜਣ ਠੱਗ ਸੀ, ਅੱਜ ਗੁਰੂ ਨਾਨਕ ਦਾ ਸਿੱਖ ਹੈ। ਅਜੇ ਵੀ ਕਿਸੇ ਨੂੰ ਘਟੀਆ ਹੇਰਾਫੇਰੀ ਕਰਨ ਵਾਲਾ ਮਨੁੱਖ, ਉਹ ਤੇ ਸੱਜਣ ਠੱਗ ਹੈ। ਗੁਰੂ ਪਿਆਰਿਓ, ਕਿਤੇ ਸੱਜਣ ਦੀ, ਗੁਰੂ ਨਾਨਕ ਸਾਹਿਬ ਜੀ ਦੇ ਮਿਲਣੀ ਨੂੰ ਕਿਤੇ ਧਿਆਨ ਨਾਲ ਵਾਚੀਏ ਨਾ ਜੀ, ਤਾਂ ਪਤਾ ਲੱਗ ਜਾਊਗਾ। ਸਤਿਗੁਰੂ ਜੀ ਨੇ ਸੱਜਣ ਨੂੰ ਜਿਹੜਾ ਪਹਿਲਾ ਸ਼ਬਦ ਸੱਜਣ ਦੇ ਕੰਨਾਂ ਵਿੱਚ ਪਾਇਆ, ਉਜਲ ਕਹਿਆਂ ਜਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਤੋਵਾਂ, ਤੇ ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਦਖੜੇ ਦੱਸਣ। ਸਤਿਗੁਰੂ ਜੀ ਨੇ ਇੱਕ ਸਵਾਲ ਕੀਤਾ, ਕਹਿੰਦੇ ਹਮ ਡੂਗਰ ਭਾਰ ਉਠਾਇਆ, ਹਮ ਅੰਦਲੇ ਭਾਰ ਉਠਾਇਆ, ਡੂਗਰ ਵਾਟ ਬਹੁਤ ਅੱਖੀਂ ਲੋੜੀ ਨਾ ਲਾਹਾਂ, ਹੋਂ ਚੱਲ ਲੰਗਾ ਕਿਤ। ਕਹਿੰਦੇ ਸੱਜਣਾ, ਜੇ ਮੈਂ ਬਹੁਤ ਸਾਰਾ ਵੱਡਾ ਭਾਰ ਸਿਰ 'ਤੇ ਰੱਖ ਲਵਾਂ ਤੇ ਪਹਾੜੀ ਰਸਤੇ 'ਤੇ ਚੜ੍ਹਨਾ ਹੋਵੇ, ਮੈਂ ਚੜ੍ਹ ਸਕਦਾ ਹੈ? ਜਿਹੜਾ ਸੱਜਣ ਦਾ ਜਵਾਬ ਸੀ ਨਾ ਜੀ, ਸੱਜਣ ਕਹਿੰਦਾ ਸਤਿਗੁਰੂ ਜੀ, ਇਹ ਜੋ ਤੁਸੀਂ ਪੂਰੀ ਦੀ ਪੂਰੀ ਜੋ ਮੈਨੂੰ ਸ਼ਬਦ ਸੁਣਾਇਆ ਹੈ ਨਾ, ਬਚਨ, ਇਹ ਇਨ ਬਿਨ ਮੇਰਾ ਹੀ ਜੀਵਨ ਹੈ। ਮੈਂ ਇਹੋ ਜਿਹੀ ਜੀਵਨ ਜਿਉਣਾ ਘਟੀਆ, ਅਤੇ ਇਹ ਮੈਂ ਤੁਹਾਨੂੰ ਪੱਕਾ ਯਕੀਨ ਨਾ ਕਹਿ ਸਕਦਾ ਕਿ ਮੈਂ ਤਾਂ ਨਹੀਂ ਚੜ੍ਹ ਸਕਦਾ। ਪਰ ਇੱਕ ਮੈਨੂੰ ਆਸ ਹੋ ਗਈ ਹੈ ਤੁਹਾਨੂੰ ਮਿਲ ਕੇ। ਤੁਸੀਂ ਜਿਹੜੀ ਬਖਸ਼ਿਸ਼ ਕਰ ਰਹੇ ਹੋ, ਮੈਨੂੰ ਇੱਕ ਆਸ ਹੋ ਗਈ ਹੈ ਕਿ ਤੁਸੀਂ ਮੈਨੂੰ ਪਾਰ ਉਤਾਰ ਕਰਵਾ ਵੀ ਦੇਣਾ। ਪਹਾੜ ਕੀ, ਤੁਸੀਂ ਤਾਂ ਮੈਨੂੰ ਉਹ ਔਖੇ ਰਸਤਿਆਂ ਤੋਂ ਵੀ ਪਾਰ ਕਰਵਾ ਜਾਣਾ ਹੈ। ਤੁਸੀਂ ਕਿਰਪਾ ਕਰੋ, ਜੇ ਇਹ ਬਿਮਾਰੀ ਦੱਸੀ ਹੈ ਨਾ, ਅਤੇ ਇਹਦਾ ਇਲਾਜ ਵੀ ਕਰਕੇ ਜਾਓ, ਕਿਰਪਾ ਕਰੋ ਮੇਰੇ 'ਤੇ। ਸਤਿਗੁਰੂ ਜੀ ਠਹਿਰੇ ਨੇ ਉਸ 'ਤੇ ਕੁਝ ਦਿਨ। ਅਸੀਂ ਇੰਨੀ ਸਾਖੀ ਕਹਿ ਦਿੰਦੇ ਹਾਂ। ਸਤਿਗੁਰੂ ਜਾਣ ਲੱਗਿਆਂ ਤੋਂ ਲੰਬੇ ਸ਼ਹਿਰ ਦੇ ਵਿੱਚ ਗੁਰੂ ਨਾਨਕ ਦਾ ਮੰਜੀਦਾਰ ਬਣਾ ਕੇ ਗਏ ਨੇ ਸੱਜਣ ਨੂੰ।
ਸਾਨੂੰ ਉਹ ਸੱਜਣ ਸੰਤ ਨਜ਼ਰ ਨਹੀਂ ਆਉਂਦਾ, ਸਾਨੂੰ ਉਹ ਸੰਤ ਗੁਰੂ ਨਾਨਕ ਸਾਹਿਬ ਦਾ ਪ੍ਰਚਾਰਕ ਮੰਜੀਦਾਰ ਨਜ਼ਰ ਨਹੀਂ ਆਉਂਦਾ, ਸਾਨੂੰ ਨਜ਼ਰ ਆਉਂਦਾ ਠੱਗੀਆਂ ਮਾਰਨ ਵਾਲਾ। ਬਹੁਤ ਅਨਿਆਂ ਕਰਦੇ ਹਾਂ ਅਸੀਂ। ਇੱਕ ਹੋਰ ਸਿੱਖ ਗੁਰੂ ਦੇ ਸਿੱਖ ਨੇ ਬਹੁਤ ਅਨਿਆਂ ਕੀਤਾ ਹੈ। ਆ ਸਾਡੇ ਜਿਹੜੇ ਕਲਮਾਂ ਵਾਲੇ ਨੇ ਨਾ, ਜਾਂ ਸਾਖੀਆਂ ਸੁਣਾਉਣ ਵਾਲੇ ਨੇ, ਇਹਨਾਂ ਨੇ ਮਰਦਾਨਾ ਜੀ ਗੁਰੂ ਨਾਨਕ ਦੇ ਪੂਰਨ ਅੰਗ ਸੰਗ ਇਤਨਾ ਸਮਾਂ ਰਹੇ, ਇਤਨਾ ਬਖਸ਼ਿਸ਼ਾਂ ਦੇ ਪਾਤਰ ਰਹੇ, ਇਤਨੀ ਉੱਚ ਵਿਚਾਰ ਦੇ ਮਾਲਕ, ਇਤਨੇ ਉੱਚ ਕਰਦਾਰ ਦੇ ਮਾਲਕ, ਸਬਰ ਸੰਤੋਖੀ। ਭੁੱਖਾ ਜਿਹਾ ਬੰਦਾ ਮਰਾਸੀ ਵਿਖਾਇਆ, ਲਿਖ ਕੇ ਵਿਖਾਇਆ। ਕਿਤੇ ਮਰਦਾਨਾ ਜੀ ਦੇ ਜੋ ਗੁਰੂ ਸਾਹਿਬ ਜੀ ਨਾਲ ਉਹ ਵਾਰਤਾਲਾਪ ਕਰਦੇ ਸੀ ਨਾ, ਉਹ ਕਿਤੇ ਸੁਣ ਲੈ ਬੰਦਾ ਤੇ ਉਸਨੂੰ ਪਤਾ ਲੱਗ ਜਾਂਦਾ ਇਤਨਾ ਸਿੱਧਕੀ, ਇਤਨਾ ਗਿਆਨਵਾਨ ਤੇ ਇਤਨਾ ਰਾਗ ਦਾ ਇਤਨਾ ਵੱਡਾ ਮਾਹਰ ਹੈ, ਰਾਗਾਂ ਦਾ ਇਤਨਾ ਵੱਡਾ ਮਾਹਰ ਹੈ, ਸੰਤੋਖੀ। ਅਸੀਂ ਗੁਰੂ ਪਿਆਰਿਓ, ਪਰ ਉਹ ਸੱਜਣਾ ਵੀ ਨਹੀਂ ਸੱਜਣ ਸੀ, ਹੋਏਗਾ ਕੱਲ੍ਹ ਤੱਕ ਤੇ ਕੋਈ ਕੁਝ ਵੀ ਹੋ ਸਕਦਾ ਹੈ। ਉਹ ਅੱਜ ਕੀ ਆ? ਅੱਜ ਗੁਰੂ ਨਾਨਕ ਦਾ ਸਿੱਖ ਹੈ, ਅੱਜ ਗੁਰੂ ਨਾਨਕ ਦੀ ਉਸ 'ਤੇ ਬਖਸ਼ਿਸ਼ ਹੈ। ਤੋ ਸਾਹਿਬ ਜੀ ਉਹ ਬਖਸ਼ਿਸ਼ ਕਰਦੇ ਨੇ, ਅੰਮ੍ਰਿਤ ਨਾਮ ਜਪੈ ਮਿਲ ਸਾਧੂ, ਭਾਵੇਂ ਕਿਤਨੇ ਵਿਚਾ ਵਿਕਾਰੀ ਹੋਣ, ਭੈੜੇ ਹੋਣ, ਜਦੋਂ ਗੁਰੂ ਦੀ ਸੰਗਤ ਵਿੱਚ ਆ ਕੇ ਅੰਮ੍ਰਿਤ ਨਾਮ ਗੁਰਬਾਣੀ ਦਾ ਜਾਪ ਕਰਦੇ ਹਨ, ਗੁਰਬਾਣੀ ਨੂੰ ਸਿਮਰਦੇ ਹਨ, ਕੀਰਤਨ ਕਰਦੇ ਹਨ, ਕੀਰਤਨ ਸੁਣਦੇ ਹਨ, ਉਹਨਾਂ ਦੀ ਅਵਸਥਾ ਤੋ ਸਾਹਿਬ ਜੀ ਕਹਿੰਦੇ ਪ੍ਰਭੂ ਦਾ ਨਾਂ, ਅਧਿਆਤਮਿਕ ਜੀਵਨ ਦੇਣ ਵਾਲਾ ਜੋ ਨਾਮ ਹੈ, ਇਹ ਜਪਦੇ ਹਨ, ਉਹਨਾਂ ਦੇ ਅੰਦਰੋਂ ਵਿਕਾਰ ਮੁੱਕ ਜਾਂਦੇ ਨੇ। ਸਾਹਿਬ ਕਹਿੰਦੇ ਕੀ ਮੁੱਕਦਾ ਏ? ਪਰ ਪੰਚ ਧਰੋ ਮੋਹ ਮਿਟਨਾਈ। ਹੇ ਪ੍ਰਭੂ ਜੀ, ਤੇਰੀ ਸਿਫਤ ਸਲਾਹ ਦੀ ਬਰਕਤ ਨਾਲ ਉਸ ਮਨੁੱਖ ਦੇ ਅੰਦਰੋਂ ਠੱਗੀ, ਫਰੇਬ, ਮੋਹ ਆਦਿਕ ਜਿਤਨੇ ਵੀ ਵਿਕਾਰ ਹਨ, ਸਾਰੇ ਦੇ ਸਾਰੇ ਮਿਟ ਜਾਂਦੇ ਹਨ ਤੇ ਹਿਰਦਾ ਪੂਰਨ ਤੌਰ 'ਤੇ ਪਵਿੱਤਰ ਹੋ ਜਾਂਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸ਼ਰਾਗ ਦੇ ਵਿੱਚ ਸ਼ਲੋਕ ਬਖਸ਼ਿਆ ਹੈ, ਖਿਮਾ ਕਰਿਓ, ਸ਼ਬਦ ਬਖਸ਼ਿਆ ਹੈ, ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਵਾਲੇ ਸ਼ਬਦ ਦੇ ਵਿੱਚ ਕਹਿੰਦੇ ਰਸ ਹੋਏ ਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਕਟ ਨਾਮ ਨਿਵਾਸ। ਕਹਿੰਦੇ ਬੰਦੇ ਸੋਨੇ ਦਾ ਰਸ, ਚਾਂਦੀ ਦਾ ਰਸ, ਪਦਾਰਥਾਂ ਦਾ ਰਸ, ਇਸਤਰੀ ਦਾ ਰਸ, ਚੰਗੀਆਂ ਸਵਾਰੀਆਂ ਦਾ ਰਸ, ਸਭ ਕੁਝ ਹੈ, ਮਾਸਾਂ ਦਾ ਵੱਖਰੇ ਵੱਖਰੇ ਤਰੀਕਿਆਂ ਦਾ ਰਸ ਹੈ। ਪਰ ਸਾਹਿਬ ਕਹਿੰਦੇ ਇੱਕ ਗੱਲ ਦਾ ਜਵਾਬ ਦੇਂਗਾ, ਏਤੇ ਰਸ ਸਰੀਰ ਕੇ ਕਹਿ ਕਟ ਨਾਮ ਨਿਵਾਸ। ਸਰੀਰ ਇਵੇਂ ਇਹਨਾਂ ਰਸਾਂ ਨਾਲ ਭਰਿਆ ਹੋਵੇ ਤੇ ਪਰਮਾਤਮਾ ਦਾ ਨਾਮ ਤੇਰਾ ਦੱਸ ਕਿੱਥੇ ਹੋਏਗਾ? ਕਿਉਂਕਿ ਸਾਹਿਬ ਜੀ ਦਾ ਆਪਣਾ ਬਖਸ਼ਿਸ਼ ਹੈ, ਜਦ ਤੱਕ ਕਿਸੇ ਬਰਤਨ ਵਿੱਚ ਵਸਤ ਪਹਿਲੂ ਪਾਈ ਹੈ, ਦੂਜੀ ਵਸਤ ਉਸ ਵਿੱਚ ਸਮਾ ਨਹੀਂ ਸਕਦੀ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸੇ। ਉਹਨੂੰ ਪਾਸੇ ਕੀਤੀ ਜਾਊਗੀ, ਕੱਢ ਲਈ ਜਾਊਗੀ। ਤੇਰੇ ਹਿਰਦਾ ਤੇ ਵਿਕਾਰਾਂ ਨਾ ਭਰਿਆ ਏ, ਤੇ ਕਿਵੇਂ ਪ੍ਰਭੂ ਦਾ ਨਾਮ ਬਖਸ਼ਿਸ਼ ਤੇਰੇ ਵਸੇਗੀ? ਤਾਂ ਸਾਹਿਬ ਜੀ ਕਹਿੰਦੇ ਨੇ ਗੁਰੂ ਦੇ ਬਖਸ਼ਿਸ਼ ਦੇ ਨਾਲ, ਸਤ ਸੰਗਤ ਦੇ ਨਾਲ ਤੇਰੇ ਹਿਰਦੇ ਵਿੱਚੋਂ ਵਿਕਾਰਾਂ ਦੀ ਮੈਲ ਧੁੱਪਦੀ, ਵਿਕਾਰਾਂ ਦੀ ਮੈਲ ਧੁੱਪਦੀ ਜਿਹੜੀ ਰਸਾਂ ਦੇ ਵਿੱਚ ਜੋ ਚਾਹਨਾ ਮੁੱਕ ਜਾਂਦੀ ਹੈ ਤੇ ਹਿਰਦਾ ਬਿਲਕੁਲ ਪਵਿੱਤਰ ਹੋ ਜਾਂਦਾ ਹੈ, ਵਿਕਾਰ ਮਿਟ ਜਾਂਦੇ ਨੇ। ਸਭ ਕਹਿੰਦੇ ਜਾਂ ਕੋ ਰਾਖੋ ਆਪ ਗੁਸਾਈ। ਗੁਸਾਈ ਦਾ ਅਰਥ ਹੈ ਜੀ ਧਰਤੀ ਦਾ ਮਾਲਕ, ਸ੍ਰਿਸ਼ਟੀ ਦਾ ਮਾਲਕ। ਸਭ ਕਹਿੰਦੇ ਇਹ ਸ੍ਰਿਸ਼ਟੀ ਦੇ ਮਾਲਕ, हे ਪੂਰਨ ਪਰਮਾਤਮਾ ਜੀ, ਮਿਹਰ ਦੇ ਦਾਤੇ, ਜਿਸ ਦੀ ਤੁਸੀਂ ਆਪ ਰੱਖਿਆ ਕਰਦੇ ਹੋ, ਜਿਸ 'ਤੇ ਤੁਸੀਂ ਆਪ ਕਿਰਪਾ ਕਰਦੇ ਹੋ, ਪਾਤਸ਼ਾਹ ਛਤਰ ਸੁਰ ਸੋਊ। ਕਹਿੰਦੇ ਉਹ ਕੀ ਹੈ? ਪਾਤਸ਼ਾਹ ਬਣ ਜਾਂਦਾ ਹੈ, ਛਤਰ ਝੁਲਦੇ ਨੇ ਉਹਦੇ ਸਿਰ 'ਤੇ। ਸਰ ਜੀ ਕਹਿੰਦੇ ਕਿਤਨਾ ਵੀ ਘਟੀਆ ਤੋਂ ਘਟੀਆ ਹੋਏਗਾ, ਗੁਰੂ ਚਰਨਾਂ ਨਾਲ ਜੁੜ ਜਾਏ, ਗੁਰੂ ਅੰਮ੍ਰਿਤ ਬਚਨਾਂ ਨਾਲ ਜੁੜ ਜਾਏ, ਗੁਰੂ ਬਚਨ ਦੇ ਹਿਰਦੇ ਵਿੱਚ ਪ੍ਰਵੇਸ਼ ਕਰਨਾ ਲੱਗ ਪਏ, ਵਿਚਾਰ ਉਹ ਜਿਹੀ ਬਣ ਜਾਏ ਤੇ ਹਿਰਦਾ ਨਿਰਮਲ ਹੁੰਦਾ ਨਿਰਮਲ ਹੋ ਜਾਏਗਾ। ਤਾਂ ਸਾਹਿਬ ਜੀ ਕਹਿੰਦੇ ਨੇ ਕਿ ਇਹ ਪ੍ਰਮਾਤਮਾ ਜੀ, ਪਾਤਸ਼ਾਹ ਛਤਰ ਸੁਰ ਸੂ,
ਪ੍ਰਭੂ ਪਰਮਾਤਮਾ ਜੀ ਸ਼ਾਹਾਂ ਦਾ ਸ਼ਾਹ ਹੈ, ਰਾਜਿਆਂ ਦਾ ਰਾਜਾ ਹੈ, ਮਾਲਕਾਂ ਦਾ ਮਾਲਕ ਹੈ। ਉਹੀ ਅਸਲ ਛਤਰਧਾਰੀ ਹੈ। ਇਹ ਜੋ ਜਗਤ ਦੇ ਛਤਰਧਾਰੀ ਹਨ, ਅੱਜ ਹਨ ਕੱਲ੍ਹ ਨੂੰ ਨਹੀਂ ਰਹਿਣਗੇ। ਪਰਮਾਤਮਾ ਦੀ ਸ੍ਰੀ ਵੀ ਸੱਚ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਸ ਪਰਮਾਤਮਾ ਦੀ ਹਸਤੀ ਇਤਨੀ ਵੱਡੀ ਹੈ। ਆਖਰੀ ਪਾਵਨ ਪੰਕਤੀ ਸਾਹਿਬ ਜੀ ਬਖਸ਼ਦੇ ਨੇ, ਕਹਿੰਦੇ ਨਾਨਕ ਦੂਸਰੇ ਅਵਰ ਨਾ ਕੋ, ਹੇ ਨਾਨਕ ਹੋਰ ਕੋਈ ਹੋਰ ਦੂਜਾ ਉਸ ਪਰਮਾਤਮਾ ਜੀ ਦੀ ਬਰਾਬਰੀ ਕਰਨ ਜੋਗਾ ਨਹੀਂ, ਕਿਉਂਕਿ ਪਰਮਾਤਮਾ ਕੇਵਲ ਤੋਂ ਕੇਵਲ ਆਪ ਹੈ। ਉਹ ਅਜੂਨੀ ਹੈ, ਉਹ ਸਹਿਬੰਗ ਹੈ। ਇਸ ਕਰਕੇ ਉਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ, ਉਸ ਦੀ ਕੋਈ ਰੀਸ ਨਹੀਂ ਕਰ ਸਕਦਾ। ਅਸੀਂ ਉਸ ਦੀ ਬਖਸ਼ਿਸ਼ ਦੇ ਪਾਤਰ ਜ਼ਰੂਰ ਬਣ ਸਕਦੇ ਹਾਂ, ਰਹਿਮਤ ਦੇ ਪਾਤਰ ਜ਼ਰੂਰ ਬਣ ਸਕਦੇ ਹਾਂ, ਪਰ ਮਨ ਨਿਰਮਲ ਕਰਕੇ, ਮਨ ਨੀਵਾਂ ਕਰਕੇ, ਹਿਰਦਾ ਪਵਿੱਤਰ ਕਰਕੇ, ਬਿਲਕੁਲ ਭਿਖਾਰੀ ਬਣ ਕੇ, ਨਾ ਕੋਈ ਹਾਵੇਂ, ਨਾ ਮੈਂ, ਨਾ ਮੇਰੀ, ਕੁਝ ਵੀ ਨਹੀਂ, ਇਹਨਾਂ ਸਾਰਿਆਂ ਤੋਂ ਮੁਕਤ ਹੋ ਕੇ ਤੇ ਬਖਸ਼ਿਸ਼ ਪਰਮਾਤਮਾ ਜੀ ਇਤਨਾ ਕਰਦੇ ਨੇ, ਇਤਨੀ ਕਰੇ ਮਨੁੱਖ ਲੈਂਦਾ ਲੈਂਦਾ ਥੱਕ ਜਾਂਦਾ ਹੈ, ਮੁੱਕ ਜਾਂਦਾ ਹੈ। ਉਸ ਦੀਆਂ ਦਾਤਾਂ ਨਹੀਂ ਮੁੱਕਦੀਆਂ, ਨਹੀਂ ਮੁੱਕਦੀਆਂ। ਸਤਿਗੁਰੂ ਜੀ ਕਿਰਪਾ ਕਰਨ, ਜਿਵੇਂ ਅੰਮ੍ਰਿਤ ਬਚਨਾਂ ਦੀ ਦਾਤ ਸਾਡੀਆਂ ਝੋਲੀਆਂ ਵਿੱਚ ਪਾਉਂਦੇ ਨੇ, ਇਹਨਾਂ ਬਚਨਾਂ ਦੀ ਵਿਚਾਰ ਕਰਨ ਦਾ, ਵਿਚਾਰ ਸੁਣਨ ਦਾ ਸੁਭਾਗ ਪ੍ਰਦਾਨ ਕਰਦੇ ਨੇ। ਸਤਿਗੁਰੂ ਜੀ ਇਵੇਂ ਹੀ ਬਖਸ਼ਿਸ਼ ਕਰਨ। ਇਹ ਬਖਸ਼ੇ ਹੋਏ ਬਚਨ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ ਅਤੇ ਸਾਡੇ ਜੀਵਨ ਦਾ ਜੋ ਕਿਰਦਾਰ, ਕਿਰਤ ਰੋਜ਼ ਦਾ ਰੋਜ਼ ਕਰਦੇ ਹਾਂ, ਵਰਤਾਵਾ ਜੋ ਰੋਜ਼ ਦਾ ਰੋਜ਼ ਵਰਤਾ ਰਹੇ ਹਾਂ, ਬਚਨਾਂ ਰਾਹੀਂ, ਨਦਰਾਂ ਰਾਹੀਂ, ਕਰਮਾਂ ਰਾਹੀਂ ਗ੍ਰਹਿਣ ਕਰ ਰਹੇ ਹਾਂ, ਗਿਆਨ ਇੰਦਰੀਆਂ ਰਾਹੀਂ, ਸਾਰੇ ਦਾ ਸਾਰਾ ਗੁਰੂ ਦੇ ਹੁਕਮ ਅਨੁਸਾਰ ਪਵਿੱਤਰ ਹੋ ਜਾਏ। ਸਾਡਾ ਕਦਮ, ਸਾਡਾ ਚਾਲ, ਜੋ ਸਾਡਾ ਰਵੱਈਆ ਹੈ, ਸਾਡੀ ਜੋ ਕਿਰਤ ਹੈ, ਗੁਰੂ ਬਚਨਾਂ ਅਨੁਸਾਰ ਬਣ ਜਾਏ। ਅਤੇ ਜਿਨ੍ਹਾਂ ਦਾ ਸੁਭਾਅ ਗੁਰੂ ਬਚਨਾਂ ਦੇ ਨਾਲ ਮਿਲਾਪ ਖਾ ਜਾਂਦਾ ਹੈ, ਗੁਰੂ ਬਚਨਾਂ ਅਨੁਸਾਰ ਬਣ ਜਾਂਦਾ ਹੈ, ਜੀਵਨ ਵਿੱਚ ਗੁਰੂ ਹੁਕਮ ਅਨੁਸਾਰ ਜੀਵਨ ਜਿਉਣ ਦੀ ਜੁਗਤ ਆ ਜਾਂਦੀ ਹੈ। ਸਾਹਿਬ ਜੀ ਕਹਿੰਦੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਈਆਂ ਸੰਗਤਾਂ ਦਾ ਮਾਨ ਸਨਮਾਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਦੀ ਦਾਤ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।